ਸਭ ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ 'ਤੇ। ਅੱਜ ਆਪਾਂ ਕਰਨ ਜਾ ਰਹੇ ਹਾਂ ਗੁਪਤ ਸਾਮਰਾਜ। ਇਸ ਤੋਂ ਪਹਿਲਾਂ ਵਾਲੇ ਜਿਹੜੇ ਲੈਕਚਰ ਨੇ ਉਹਨਾਂ ਦਾ ਲਿੰਕ ਤੁਹਾਨੂੰ ਮਿਲ ਜਾਵੇਗਾ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ। ਲੈਕਚਰ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਧਿਆਨ ਨਾਲ ਸੁਣਨਾ, ਕਿਉਂਕਿ ਇਸ ਦੇ ਵਿੱਚ ਸਾਰਾ ਹੀ ਗੁਪਤ ਸਾਮਰਾਜ ਦੇ ਬਾਰੇ ਦੱਸਿਆ ਜਾਵੇਗਾ। ਅਗਰ ਕੋਈ ਕੁਐਸਚਨ ਰਹਿ ਜਾਵੇਗਾ ਤਾਂ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਮੈਂਸ਼ਨ ਜ਼ਰੂਰ ਕਰ ਦੇਣਾ। ਹਾਂਜੀ, ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਗੁਪਤ ਕਾਲ, ਜਿਸ ਨੂੰ ਪ੍ਰਾਚੀਨ ਭਾਰਤ ਦਾ ਸੈਕਿੰਡ ਲਾਸਟ ਪੀਰੀਅਡ ਮੰਨਦੇ ਆ। ਇਸ ਨੂੰ ਸੁਨਹਿਰੀ ਕਾਲ ਭਾਵ ਕਿ ਗੋਲਡਨ ਪੀਰੀਅਡ ਵੀ ਕਿਹਾ ਜਾਂਦਾ। ਗੁਪਤ ਕਾਲ ਨੂੰ ਗੋਲਡਨ ਪੀਰੀਅਡ ਆਫ ਸੰਸਕ੍ਰਿਤ, ਗੋਲਡਨ ਪੀਰੀਅਡ ਆਫ ਹਿੰਦੂਇਜ਼ਮ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਭਗਵਤਵਾਦ ਦੇ ਨਾਮ ਨਾਲ ਵੀ ਗੁਪਤ ਕਾਲ ਨੂੰ ਜਾਣਿਆ ਜਾਂਦਾ ਹੈ। ਇਹ ਵੱਖ-ਵੱਖ ਨਾਮਾਂ ਨਾਲ ਪੁਕਾਰਿਆ ਜਾਂਦਾ ਗੁਪਤ ਕਾਲ ਨੂੰ, ਤਾਂ ਇਹ ਤੁਸੀਂ ਯਾਦ ਕਰ ਲੈਣਾ। ਇਹਨਾਂ ਵਿੱਚੋਂ ਕੁਐਸਚਨ ਆਉਣ ਦੇ ਚਾਂਸਿਸ ਬਹੁਤ ਜ਼ਿਆਦਾ ਨੇ। ਕੁਸ਼ਾਨ ਵੰਸ਼ ਤੋਂ ਬਾਅਦ ਜਿਹੜਾ ਗੁਪਤ ਕਾਲ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ। ਵੱਡਾ ਸੀ ਇਹ, ਬਿਲਕੁਲ ਜਿਵੇਂ ਮੌਰੀਆ ਸਾਮਰਾਜ ਸੀ ਉਵੇਂ ਹੀ ਉਹਦੇ ਜਿੰਨਾ ਵੱਡਾ ਸੀ ਇਹ। ਦਰਾਵਿੜ ਸਟਾਈਲ ਦੇ ਜਿਹੜੇ ਮੰਦਰ ਆ ਭਾਰਤ ਵਿੱਚ ਬਣੇ, ਉਹ ਇਸ ਕਾਲ ਦੇ ਦੌਰਾਨ ਹੀ ਬਣੇ। ਦਰਬੜ ਸਟਾਈਲ ਮੰਦਰ ਸੀ ਜੋ ਇਸ ਦੇ ਫਾਊਂਡਰ ਸੀ, ਸੰਸਥਾਪਕ ਸੀ ਜਿਸ ਸ੍ਰੀ ਗੁਪਤ। ਉਹਨਾਂ ਦਾ ਬੇਟਾ ਉਸ ਤੋਂ ਬਾਅਦ ਘਟੋਤਕਚ ਆਇਆ, ਦੈਨ ਚੰਦਰਗੁਪਤ ਪਹਿਲਾ ਆਇਆ। ਇਹਨਾਂ ਬਾਰੇ ਆਪਾਂ ਵਿਸਥਾਰਪੂਰਵਕ ਜਾਣਕਾਰੀ ਹੈ ਜਿਹੜੀ ਉਹ ਨੈਕਸਟ ਸੋਰਸਿਸ ਤੋਂ ਬਾਅਦ ਕਰਦੇ ਹਾਂ ਜੀ। ਪਹਿਲਾਂ ਆਪਾਂ ਗੱਲ ਕਰਾਂਗੇ ਸੋਰਸਿਸ ਦੇ ਬਾਰੇ ਕਿ ਕਿੱਥੋਂ ਸਾਨੂੰ ਗੁਪਤ ਕਾਲ ਦੇ ਬਾਰੇ ਜਾਣਕਾਰੀ ਮਿਲਦੀ ਆ। ਪਹਿਲਾਂ ਜੀ ਪੁਰਾਣ, ਜਿਸ ਦੇ ਵਿੱਚ ਵਾਯੂ ਪੁਰਾਣ, ਮਤਸਿਆ ਪੁਰਾਣ, ਵਿਸ਼ਨੂੰ ਪੁਰਾਣ ਆ ਜਾਂਦੇ ਆ। ਦੈਨ ਸਮ੍ਰਿਤੀ, ਨਾਰਦ ਸਮ੍ਰਿਤੀ ਅਤੇ ਬ੍ਰਹਿਸਪਤੀ ਸਮ੍ਰਿਤੀ। ਇਹਨਾਂ ਨੂੰ ਨੋਟ ਕਰ ਲੈਣਾ ਤੁਸੀਂ। ਕਮੰਡਕ ਨੀਤੀ ਸਾਰ ਆ ਜਿਹੜੇ, ਇਹ ਫੇਮਸ ਬੁੱਕ ਹੈ ਗੁਪਤ ਪੀਰੀਅਡ ਦੇ ਸਮੇਂ। ਕਮੰਡਕ ਨੀਤੀ ਸਾਰ ਚੰਦਰਗੁਪਤ ਦੂਜੇ ਦੇ ਬਾਰੇ ਇਹ ਜਾਣਕਾਰੀ ਦਿੰਦੀ ਹੈ ਅਤੇ ਪ੍ਰਧਾਨ ਮੰਤਰੀ ਨੇ ਲਿਖੀ ਸੀ ਰਾਜ ਸ਼ੇਖਰ ਨੇ ਜੀ, ਇਹ ਜਿਹਨੂੰ ਰਾਜ ਜਾਂ ਸ਼ੇਖਰ ਵੀ ਕਹਿ ਲਿਆ ਜਾਂਦਾ ਸੀ। ਦੇਵੀ ਚੰਦਰ ਗੁਪਤਮ ਵਿਸਾਖਾ ਦੱਤ ਦਾ ਇੱਕ ਨਾਟਕ ਹੈ, ਉਸ ਤੋਂ ਵੀ ਗੁਪਤ ਜਿਹੜੇ ਸਾਮਰਾਜ ਉਹਨਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ ਦੇਵੀ ਚੰਦਰ ਗੁਪਤਮ ਤੋਂ। ਹਰੀਬਾਮਾ ਅਤੇ ਕੌਬਲਿਆ ਮਾਲਾ ਜੈਨੀ ਕਿਤਾਬਾਂ ਤੋਂ ਵੀ ਇਸ ਬਾਰੇ ਜਾਣਕਾਰੀ ਮਿਲਦੀ ਆ। ਆਰਿਆ ਮੰਜੂ ਸ਼੍ਰੀ ਮੂਲ ਕਲਪ ਬੋਧੀ ਕਿਤਾਬ ਆ, ਜਿਸ ਤੋਂ ਸਾਨੂੰ ਇਸ ਦੇ ਬਾਰੇ ਜਾਣਕਾਰੀ ਮਿਲਦੀ ਆ। ਕਿਸ ਬਾਰੇ ਜੀ? ਗੁਪਤ ਸਾਮਰਾਜ ਬਾਰੇ। ਹਾਂਜੀ, ਕੁਛ ਯਾਤਰੀ ਸੀ ਜੋ ਚੀਨ ਤੋਂ ਆਏ ਸੀ, ਜਿਨ੍ਹਾਂ ਨੇ ਗੁਪਤ ਕਾਲ ਦੇ ਬਾਰੇ ਲਿਖਿਆ, ਜਿਨ੍ਹਾਂ ਦੀਆਂ ਪੁਸਤਕਾਂ ਤੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ, ਜਿਵੇਂ ਕਿ ਫਾਈਜਾਨ, ਇਤ ਸਿੰਘ, ਹਿਊਨ ਸੰਗ, ਸੰਗਪੁਨ, ਜਿਨ੍ਹਾਂ ਨੂੰ ਆਪਾਂ ਚਾਈਨੀਜ਼ ਪਿਲਗ੍ਰਾਮ ਕਹਿ ਦਿੰਦੇ ਆ। ਪਿਲਗ੍ਰਾਮ ਦਾ ਮਤਲਬ ਹੁੰਦਾ ਜੀ ਜਿਹੜੇ ਲੋਕ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਜਾਂਦੇ ਆ, ਠੀਕ ਹੈ ਜੀ, ਉਹਨਾਂ ਨੂੰ ਕਿਹਾ ਜਾਂਦਾ ਪਿਲਗ੍ਰਾਮ। ਅਲਬੂਰਨੀ ਇੱਕ ਅਰਬੀ ਸੀਗਾ ਜਿਸਨੇ, ਜੋ ਕਿ ਮਹਿਮੂਦ ਗਜ਼ਨਵੀ ਨਾਲ ਭਾਰਤ ਆਇਆ ਸੀ, ਅਤੇ ਅਲਬੂਰਨੀ ਨੇ ਵੀ ਜੋ ਗੁਪਤ ਸਾਮਰਾਜ ਸੀ ਉਸ ਦੇ ਬਾਰੇ ਲਿਖਿਆ ਹੈ ਆਪਣੀਆਂ ਪੁਸਤਕਾਂ ਦੇ ਵਿੱਚ। ਇਸ ਤੋਂ ਇਲਾਵਾ ਜੋ ਬਹੁਤ ਸਾਰੀ ਜਾਣਕਾਰੀ ਸਾਨੂੰ ਪ੍ਰੋਵਾਈਡ ਕਰਦੇ ਨੇ ਉਹ ਹਨ ਜੀ ਸ਼ਿਲਾਲੇਖ। ਡਾਕਟਰ ਫਲੀਟ ਸੀਗੇ ਜੋ, ਉਹਨਾਂ ਨੇ ਪਬਲਿਸ਼ ਕੀਤੇ ਸੀ 1888 ਦੇ ਵਿੱਚ। ਉਹਨਾਂ ਦੀ ਜਿਹੜੀ ਬੁੱਕ ਪਬਲਿਸ਼ ਹੋਈ ਸੀ ਇਹਨਾਂ ਦੇ ਬਾਰੇ, ਬੁੱਕ ਸੀ ਜੀ ਕਾਰਪਸ ਇਨਸਕ੍ਰਿਪਸ਼ਨ ਇੰਡੀਕੋਰਮ। ਇਹ ਬੁੱਕ ਦਾ ਨਾਮ ਯਾਦ ਕਰ ਲਓ। ਇਹ ਡਾਕਟਰ ਫਲੀਟ ਦੀ ਸੀ, ਜੋ ਕਿ ਸ਼ਿਲਾਲੇਖਾਂ ਬਾਰੇ ਜਾਣਕਾਰੀ ਦਿੰਦੀ ਸੀ 1988 ਦੇ ਵਿੱਚ। ਫਸਟ ਸ਼ਿਲਾਲੇਖ ਦੀ ਗੱਲ ਕਰੀਏ ਜੇ ਆਪਾਂ, ਉਹ ਸੀ ਜੀ ਪ੍ਰਯਾਗ ਪ੍ਰਾਯਸ਼ਤੀ ਕਹਿ ਦਿੰਦੇ ਆ ਜਿਸ ਨੂੰ ਆਪਾਂ। ਇਲਾਹਾਬਾਦ ਦਾ ਸ਼ਿਲਾਲੇਖ ਨਾਮ ਨਾਲ ਵੀ ਇਹ ਜਾਣਿਆ ਜਾਂਦਾ। ਸਮੁੰਦਰ ਗੁਪਤ ਦੇ ਨਾਲ ਇਹ ਸੰਬੰਧਿਤ ਹੈ ਸ਼ਿਲਾਲੇਖ। ਇਹ ਇਸ ਤੋਂ ਇਲਾਵਾ ਜਿਹੜਾ ਅਸ਼ੋਕ ਦੀ ਰਾਣੀ ਸੀ ਉਸ ਦੇ ਬਾਰੇ ਵੀ ਇਹ ਇਨਫੋਰਮੇਸ਼ਨ ਦਿੰਦਾ। ਇਸ ਸ਼ਿਲਾਲੇਖ ਦੀ ਜਿਹੜੀ ਸ਼ੈਲੀ ਆ ਉਹ ਚੰਪੂ ਸ਼ੈਲੀ ਹੈ ਜੀ, ਅਤੇ ਭਾਸ਼ਾ ਸੰਸਕ੍ਰਿਤ ਵਰਤੀ ਗਈ ਆ। ਹਰੀ ਸੇਨ ਨੇ ਉਸ ਨੂੰ ਲਿਖਿਆ ਸੀ। ਗਾਤੇ ਪਦ ਦੋਨਾਂ ਦਾ ਮਿਸ਼ਰਣ ਆ। ਕਿਹੜਾ ਸ਼ਿਲਾਲੇਖ? ਇਲਾਹਾਬਾਦ ਵਾਲਾ ਸ਼ਿਲਾਲੇਖ ਜਾਂ ਪ੍ਰਯਾਗ ਪ੍ਰਾਸ਼ਤੀ ਸ਼ਿਲਾਲੇਖ। ਨੈਕਸਟ ਆਪਾਂ ਕਰਾਂਗੇ ਜੀ ਮਹਿਰੌਲੀ ਲੋਹ ਸਤੰਭ ਦੀ, ਜਿਸ ਦੇ ਬਾਰੇ ਆਪਾਂ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਪਹਿਲਾਂ ਆਪਣੀਆਂ ਕਲਾਸਿਸ ਦੇ ਵਿੱਚ, ਹੈ ਨਾ, ਜਦੋਂ ਸਕੂਲ ਟਾਈਮ। ਅਤੇ ਜੋ ਕਿ ਕੁਤਬ ਮੀਨਾਰ ਦੇ ਨੇੜੇ ਆ।
ਜੋ ਆਪਾਂ ਜਾਣਦੇ ਹਾਂ ਕਿ ਇਸ ਦੇ ਉੱਪਰ ਜਿਹੜਾ ਮਹਿਰੋਲੀ ਲੋਹ ਸਤੰਭ ਆ, ਜੋ ਲੋਹਾ ਵਰਤਿਆ ਗਿਆ, ਉਸ ਦੇ ਉੱਪਰ ਜੰਗ ਨਹੀਂ ਲੱਗਦਾ ਕਿਉਂਕਿ ਉਹ ਬਹੁਤ ਵਧੀਆ ਕਿਸਮ ਦਾ ਜਿਹੜਾ ਲੋਹਾ ਉਸ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਇੱਥੋਂ ਸਾਨੂੰ ਚੰਦਰਗੁਪਤ ਦੂਜੇ ਦੇ ਬਾਰੇ ਜਿਹੜੀ ਜਾਣਕਾਰੀ ਮਿਲਦੀ ਹੈ ਅਤੇ ਇਸ ਤੋਂ ਹੀ ਪਤਾ ਲੱਗਦਾ ਕਿ ਉਸਨੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ ਸੀ। ਵੀਰਸੈਨ ਨੇ ਇਸ ਨੂੰ ਲਿਖਿਆ ਸੀ ਜੀ। ਸੰਸਾਰ ਦਾ ਜੇਤੂ ਕਿਹਾ ਗਿਆ ਇਸ ਨੂੰ, ਚੰਦਰਗੁਪਤ ਦੂਜੇ ਨੂੰ। ਇਸ ਦੇ ਵਿੱਚ ਕਿਹੜੇ ਸਤੰਭ ਦੇ ਉੱਪਰ ਜੀ? ਮਹਿਰੋਲੀ ਵਾਲੇ ਲੋਹ ਸਤੰਭ ਦੇ ਉੱਪਰ ਜਿਹੜਾ ਲਿਖਿਆ ਗਿਆ ਕਿ ਚੰਦਰਗੁਪਤ ਦੂਜੇ ਦੇ ਬਾਰੇ, ਅਤੇ ਉਹਨੂੰ ਵਿਕਰਮਾਦਿੱਤਿਆ ਦੀ ਉਪਾਧੀ ਬਾਰੇ ਜਾਣਕਾਰੀ ਦਿੱਤੀ ਅਤੇ ਸੰਸਾਰ ਦਾ ਜੇਤੂ ਕਿਹਾ ਗਿਆ, ਅਤੇ ਇਹ ਲਿਖਿਆ ਸੀ ਵੀਰਸੈਨ ਨੇ। ਇਸ ਨੂੰ ਨੋਟ ਕਰ ਲੈਣਾ ਜੀ, ਬਹੁਤ ਹੀ ਇੰਪੋਰਟੈਂਟ ਹੈ। ਮਥੁਰਾ ਸ਼ਿਲਾਲੇਖ ਜੋ ਕਿ ਚੰਦਰਗੁਪਤ ਦੂਜੇ ਨਾਲ ਸੰਬੰਧਿਤ ਆ, ਅਤੇ ਇਹਦੇ ਵਿੱਚ ਦੱਸਿਆ ਗਿਆ ਕਿ ਉਹ ਸ਼ਿਵ ਨੂੰ ਮੰਨਦਾ ਸੀ। ਨੈਕਸਟ ਇੱਥੇ ਵਿੱਚ ਨਾ ਕੁਛ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ ਹੋਈ ਹੈ, ਜਿਵੇਂ ਕਿ ਕੁਮਾਰਗੁਪਤ, ਇਹ ਗੁਪਤ ਸਾਮਰਾਜ ਦਾ ਇੱਕ ਰਾਜਾ ਸੀ, ਸ਼ਾਸਕ ਸੀ। ਕੋਈ ਇਹਨੇ ਲੜਾਈ ਨਹੀਂ ਲੜੀ ਸੀ, ਇੱਕ ਵਿਦਵਾਨ ਵੀ ਸੀ। ਸਭ ਤੋਂ ਵੱਧ ਜੇਕਰ ਸਿੱਕੇ ਚਲਾਏ ਗੁਪਤ ਸ਼ਾਸਕਾਂ ਨੇ ਤਾਂ ਉਹ ਕੁਮਾਰਗੁਪਤ ਨੇ ਚਲਾਈ ਸੀ, ਅਤੇ ਸ਼ਿਲਾਲੇਖ ਵੀ ਸਭ ਤੋਂ ਵੱਧ ਇਸਨੇ ਹੀ ਲਿਖਵਾਈ ਸੀ। ਬਿਲਸ਼ਦ ਸ਼ਿਲਾਲੇਖ ਹੈ ਜੀ, ਜੋ ਗੁਪਤ ਸੰਮਤ ਬਾਰੇ ਇਨਫੋਰਮੇਸ਼ਨ ਦਿੰਦਾ, ਕਿਉਂਕਿ ਇਹਨਾਂ ਨੇ ਇੱਕ ਸੰਮਤ ਕੈਲੰਡਰ ਸਟਾਰਟ ਕੀਤਾ ਸੀਗਾ, ਤਾਂ ਉਹ ਉਸ ਦੇ ਬਾਰੇ ਜਿਹੜੀ ਜਾਣਕਾਰੀ ਮਿਲਦੀ ਆ ਉਹ ਬਿਲਸ਼ਦ ਸ਼ਿਲਾਲੇਖ ਤੋਂ ਮਿਲਦੀ ਆ। ਸਾਰੇ ਗੁਪਤ ਰਾਜਿਆਂ ਦੀ ਇਸ ਤੋਂ ਬਿਨਾਂ ਵੰਸ਼ਾਵਲੀ ਆ ਜਿਹੜੀ ਉਹਦਾ ਵਰਣਨ ਮਿਲਦਾ ਵੀ ਪਹਿਲਾਂ ਕਿਹੜਾ ਰਾਜਾ ਆਇਆ, ਦੂਜਾ ਫਿਰ ਕਿਹੜਾ ਆਇਆ, ਤੀਜਾ ਕਿਹੜਾ ਆਇਆ, ਉਹ ਸਾਨੂੰ ਮਿਲਦੀ ਹੈ ਜਾਂ ਇਨਫੋਰਮੇਸ਼ਨ ਜੀ ਬਿਲਸ਼ਦ ਸ਼ਿਲਾਲੇਖ ਤੋਂ। ਲਾਰਡ ਕਾਰਤਿਕੀਆ ਭਗਵਾਨ ਸੀ ਇੱਕ, ਲਾਰਡ ਕਾਰਤਿਕੀਆ ਜੋ ਕੁਮਾਰਗੁਪਤ ਸੀਗਾ, ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰੀ ਹੈ, ਉਹ ਇਸ ਨੂੰ ਮੰਨਦਾ ਸੀਗਾ। ਇਹ ਅਲੱਗ ਜਿਹਦਾ ਭਗਵਾਨ ਦਾ ਨੇਮ ਆ, ਤਾਂ ਆਪਣੀ ਯਾਦ ਰੱਖੋ, ਕੁਮਾਰਗੁਪਤ ਮੰਨਦਾ ਸੀ ਇਸ ਨੂੰ। ਸਾਂਚੀ ਸ਼ਿਲਾਲੇਖ ਕੁਮਾਰਗੁਪਤ ਨਾਲ ਰਿਲੇਟਡ ਹੈ ਜੀ, ਸਾਂਚੀ ਸ਼ਿਲਾਲੇਖ। ਅਤੇ ਇਸ ਤੋਂ ਬਿਨਾਂ ਇਹ ਦੱਸਿਆ ਗਿਆ ਇਹਦੇ ਵਿੱਚ ਕਿ ਉਹਨਾਂ ਨੇ ਬੋਧੀਆਂ ਨੂੰ ਜਿਹੜੀ ਦਾਨ ਦਿੱਤੀ ਸੀਗੀ ਜ਼ਮੀਨ, ਉਸ ਦੀ ਜਾਣਕਾਰੀ ਸਾਨੂੰ ਸਾਂਚੀ ਸ਼ਿਲਾਲੇਖ ਤੋਂ ਮਿਲਦੀ ਹੈ, ਅਤੇ ਜ਼ਮੀਨ ਦਾਨ ਕਰੀ ਸੀ ਜੀ ਕੁਮਾਰਗੁਪਤ ਨੇ। ਨੈਕਸਟ ਸ਼ਿਲਾਲੇਖ ਹੈ ਜੀ ਮੰਦਸੌਰ। ਮੰਦਸੌਰ ਸ਼ਿਲਾਲੇਖ ਹੈ, ਇਹ ਮਾਲਵੇ ਦੇ ਏਰੀਏ 'ਚ ਪੈਂਦਾ, ਗੰਗਾ ਜਮਨਾ ਦੁਆਬ ਦੇ ਖੇਤਰ 'ਚ। ਬਤਸ ਭੱਟ ਨੇ ਲਿਖਿਆ ਸੀ ਜੀ ਇਸ ਨੂੰ। ਸੂਰੀਆ ਮੰਦਰ ਦੇ ਨਿਰਮਾਣ ਦੀ ਜਿਹੜੀ ਗੱਲ ਆ ਉਹਦੇ ਬਾਰੇ ਜਾਣਕਾਰੀ ਸਾਨੂੰ ਮਿਲਦੀ ਹੈ। ਜੂਨਾਗੜ੍ਹ ਸ਼ਿਲਾਲੇਖ ਸਕੰਦਗੁਪਤ ਨੇ ਹੂਣਾਂ ਨੂੰ ਹਰਾਇਆ ਸੀ, ਜਦੋਂ ਉਹਨਾਂ ਦੇ ਹਮਲੇ ਦੇ ਬਾਰੇ ਗੱਲ ਕਰੀ ਗਈ ਹੈ ਕਿ ਸਿਰਫ ਉਦੋਂ ਹੂਣ ਰਹਿ ਗਏ ਸੀ। ਭੀਤਰੀ ਸ਼ਿਲਾਲੇਖ, ਭੀਤਰੀ ਸ਼ਿਲਾਲੇਖ ਹੂਣਾਂ ਅਤੇ ਸਕੰਦ, ਇਹ ਵੀ ਜੋ ਭੀਤਰੀ ਹੈ ਇਹ ਵੀ ਉਹਨਾਂ ਦੇ ਇਨਫੋਰਮੇਸ਼ਨ ਦਾ, ਸਕੰਦ ਅਤੇ ਹੂਣਾਂ ਦੇ। ਅਤੇ ਭਾਨੂਗੁਪਤ ਦਾ ਏਰਨ ਸ਼ਿਲਾਲੇਖ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ। ਜੋ ਭਾਨੂਗੁਪਤ ਸੀ, ਇਸ ਦੇ ਸਮੇਂ ਸਤੀ ਪ੍ਰਥਾ ਦੇ ਪਹਿਲੀ ਵਾਰ ਪ੍ਰਮਾਣ ਮਿਲੇ ਸੀਗੇ, ਤਾਂ ਜੋ ਭਾਨੂਗੁਪਤ ਦਾ ਏਰਨ ਸ਼ਿਲਾਲੇਖ ਆ ਇਹ ਵੀ ਸਾਨੂੰ ਸਤੀ ਪ੍ਰਥਾ ਦੀ ਇਨਫੋਰਮੇਸ਼ਨ ਦਿੰਦਾ ਹੈ। ਤਾਂ ਪਹਿਲੀ ਵਾਰ ਜਿਹੜੇ ਪ੍ਰਮਾਣ ਮਿਲੇ ਸੀ ਉਹ ਵੀ ਭਾਨੂਗੁਪਤ ਦੇ ਕਾਲ ਸਮੇਂ ਹੀ ਮਿਲੇ ਸੀ। ਇਸ ਤੋਂ ਇਲਾਵਾ ਸਾਨੂੰ ਮੋਹਰਾਂ ਤੋਂ ਵੀ ਜਿਹੜੀ ਗੁਪਤ ਕਾਲ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜਿਵੇਂ ਵਿਸ਼ਾਲੀ, ਵਿਹਾਰ, ਮੁਜ਼ੱਫਰਪੁਰ ਤੋਂ ਮਿਲੀਆਂ ਜਿਹੜੀਆਂ ਮੋਹਰਾਂ, ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ। ਚੰਦਰਗੁਪਤ ਦੂਜੇ ਦੀ ਪਤਨੀ ਨਾਲ ਸੰਬੰਧਿਤ ਕਈ ਮੋਹਰਾਂ ਵੀ ਜਿਹੜੀਆਂ ਸੀਗੀਆਂ ਬਣਾਈਆਂ ਗਈਆਂ ਸੀ। ਨੈਕਸਟ ਹੈ ਜੀ ਅਜੰਤਾ ਅਤੇ ਅਲੋਰਾ ਦੀਆਂ ਜਿਹੜੀਆਂ ਗੁਫਾਵਾਂ, ਉਹਨਾਂ ਤੋਂ ਜਾਣਕਾਰੀ ਮਿਲਦੀ ਹੈ ਇਸ ਸਮੇਂ ਦੇ ਬਾਰੇ। ਦ੍ਰਵਿੜ ਨਹੀਂ ਹੈਗਾ ਜੀ, ਇੱਥੇ ਡਾੜਾ ਆਏਗਾ। ਦ੍ਰਵਿੜ ਸਟਾਈਲ ਜਿਹੜੇ ਮੰਦਰਾਂ ਦਾ ਨਿਰਮਾਣ ਕਰਵਾਇਆ ਗਿਆ, ਉਹਨਾਂ ਤੋਂ ਵੀ ਸਾਨੂੰ ਗੁਪਤਿਆਂ ਬਾਰੇ ਜਾਣਕਾਰੀ ਮਿਲਦੀ ਆ। ਇਹਨਾਂ ਤੋਂ ਬਿਨਾਂ ਸਾਨੂੰ ਕੁਆਇਨਸ ਤੋਂ, ਸਿੱਕਿਆਂ ਤੋਂ ਵੀ ਜਿਹੜੀ ਜਾਣਕਾਰੀ ਮਿਲਦੀ ਹੈ ਗੁਪਤ ਸਾਮਰਾਜ ਦੇ ਬਾਰੇ। ਸਭ ਤੋਂ ਵੱਧ ਜਿਹੜੇ ਸੋਨੇ ਦੇ ਸਿੱਕੇ ਚਲਾਏ ਸੀ ਉਹ ਗੁਪਤ ਰਾਜਿਆਂ ਨੇ ਹੀ ਚਲਾਏ ਸੀਗੇ, ਇਹ ਗੱਲ ਯਾਦ ਰੱਖਣੀ ਹੈ। ਸਭ ਤੋਂ ਜ਼ਿਆਦਾ ਜਿਹੜੇ ਸਿੱਕੇ ਚਲਾਏ ਸੀ ਉਹ ਗੁਪਤ ਰਾਜਿਆਂ ਨੇ ਚਲਾਏ ਸੀ, ਬਟ ਜਿਹੜੇ ਪਿਓਰ ਗੋਲਡ ਦੇ ਸਿੱਕੇ ਸੀਗੇ, ਪੂਰਨ ਤੌਰ 'ਤੇ ਸੋਨੇ ਦੇ ਬਣੇ ਹੁੰਦੇ ਸੀ, ਉਹ ਚਲਾਏ ਸੀ ਕੁਸ਼ਾਨਾਂ ਨੇ, ਇਹ ਯਾਦ ਰੱਖਣਾ। ਅਤੇ ਜਿਹੜੇ ਮਿਕਸਰ ਸੀਗੇ, ਪਰ ਇਹਨਾਂ 'ਤੇ ਜਿਹੜੀ ਕੋਈ ਹੋਰ ਧਾਤ ਵੀ ਵਿੱਚ ਮਿਲਾਈ ਜਾਂਦੀ, ਜਿਵੇਂ ਤਾਂਬਾ ਮਿਲਾ ਲੈਂਦੇ, ਪਿੱਤਲ ਮਿਲਾ ਲੈਣਾ ਹੈ ਨਾ, ਉਹ ਤਾਂ ਮਿਲਾਉਂਦੇ ਸੀਗੇ ਗੁਪਤ, ਬਟ ਮਤਲਬ ਜ਼ਿਆਦਾ ਚਲਾਏ ਆ ਜਿਹੜੇ ਉਹ ਗੁਪਤਾਂ ਨੇ ਚਲਾਏ, ਬਟ ਪਿਓਰ ਗੋਲਡ ਦੇ ਚਲਾਏ ਉਹ ਕੁਸ਼ਾਨਾਂ ਨੇ। ਇਹਨੂੰ ਯਾਦ ਰੱਖ ਲੈਣਾ ਜੀ, ਕਨਫਿਊਜ਼ ਨਹੀਂ ਹੋਣਾ। ਡਾਕਟਰ ਜੇ ਐਲਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ 1914 ਵਿੱਚ ਸਿੱਕਿਆਂ ਦੇ ਬਾਰੇ ਸਟੱਡੀ ਕੀਤੀ, ਜਿਨ੍ਹਾਂ ਦੇ ਉਹਨਾਂ ਨੇ ਦੱਸਿਆ ਕਿ ਸਾਨੂੰ ਸਿੱਕਿਆਂ ਤੋਂ ਕੀ ਜਾਣਕਾਰੀ ਮਿਲਦੀ ਹੈ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਧਾਰਮਿਕ ਜੀਵਨ ਬਾਰੇ। ਸਿੱਕਿਆਂ ਦੇ 16 ਢੇਰ ਮਿਲੇ ਆ ਗੁਪਤ ਰਾਜਿਆਂ ਦੇ ਸਮੇਂ ਦੇ। ਸਭ ਤੋਂ ਵੱਡਾ ਜਿਹੜਾ ਢੇਰ ਮਿਲਿਆ ਉਹ ਭਰਤਪੁਰ ਤੋਂ ਮਿਲਿਆ। ਇਸ ਤੋਂ ਇਲਾਵਾ ਕਾਲੀਘਾਟ, ਬਿਆਨਾ, ਹੁਗਲੀ, ਕੋਟਵਾ, ਸਕੂਰੀ, ਮਿਥਾਤਲ, ਕੁਮਾਰਵਨ, 13 ਜਗ੍ਹਾਵਾਂ ਤੋਂ ਜਿਹੜੇ ਸਾਨੂੰ ਇਹ ਮਿਲਦੇ ਨੇ ਸਿੱਕਿਆਂ ਦੇ ਢੇਰ।
ਹੁਣ ਆਪਾਂ ਗੱਲ ਕਰਾਂਗੇ ਜੀ ਗੁਪਤ ਸ਼ਾਸਕਾਂ ਦੇ ਬਾਰੇ। ਤੇ ਆਪਾਂ ਨੂੰ ਮਾਸਟਰ ਕੇਡਰ ਦੇ ਵਿੱਚ ਜਿਹੜੇ ਦੋ ਹੀ ਹਨ, ਸਮੁੰਦਰ ਗੁਪਤ ਅਤੇ ਚੰਦਰਗੁਪਤ ਦੂਜਾ, ਬਟ ਆਪਾਂ ਸਾਰਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਕਿਉਂਕਿ ਕਈ ਵਾਰ ਕੁਐਸਚਨ ਉਹਨਾਂ ਵਿੱਚੋਂ ਆਉਣ ਦੇ ਵੀ ਚਾਂਸਿਸ ਬਣ ਜਾਂਦੇ ਨੇ। ਪਹਿਲਾਂ ਜੀ ਫਾਊਂਡਰ ਦੇ ਬਾਰੇ ਗੱਲ ਕਰਦੇ ਇਹਨਾਂ ਦੀ, ਉਹ ਸੀ ਸ਼੍ਰੀ ਗੁਪਤ। ਉਹਨਾਂ ਨੇ ਜਿਹੜੀ ਉਪਾਧੀ ਧਾਰਨ ਕਰੀ ਸੀ ਉਹ ਕਰੀ ਸੀ ਮਹਾਰਾਜਾ ਦੀ, ਅਤੇ ਇਹਨਾਂ ਦਾ ਟਾਈਮ ਸੀ 240 ਤੋਂ 280 ਈਸਵੀ। ਅਤੇ ਇਲਾਹਾਬਾਦ ਪਿੱਲਰ ਤੋਂ ਬਿਨਾਂ ਸਾਰੇ ਕਿਤੇ ਇਹਨਾਂ ਦਾ ਨਾਮ ਸ਼੍ਰੀ ਗੁਪਤ ਹੀ ਲਿਖਿਆ ਮਿਲਦਾ ਹੈ। ਅਤੇ ਸ਼੍ਰੀ ਗੁਪਤ ਦਾ ਬੇਟਾ ਸੀ ਜੀ ਘਟੋਤਕਚ, ਜੋ ਉਹਨਾਂ ਦਾ ਟਾਈਮ ਪੀਰੀਅਡ ਸੀ 280 ਤੋਂ ਲੈ ਕੇ 319 ਈਸਵੀ ਤੱਕ ਦਾ। ਇਹ ਘਟੋਤਕਚ ਸ਼੍ਰੀ ਗੁਪਤ ਦਾ ਬੇਟਾ ਸੀ ਅਤੇ ਇਹਨਾਂ ਨੇ ਵੀ ਮਹਾਰਾਜ ਦੀ ਉਪਾਧੀ ਧਾਰਨ ਕਰੀ ਸੀ। ਨੈਕਸਟ ਆਪਾਂ ਕਰਦੇ ਹਾਂ ਜੀ ਚੰਦਰਗੁਪਤ ਪਹਿਲਾ, ਜਿਹਨੂੰ ਕਿ ਅਸਲੀ ਸੰਸਥਾਪਕ ਮੰਨਿਆ ਜਾਂਦਾ ਗੁਪਤ ਸਾਮਰਾਜ ਦਾ। ਇਸ ਨੇ ਉਪਾਧੀ ਧਾਰਨ ਕਰੀ ਸੀ ਮਹਾਰਾਜਾ ਧਿਰਾਜ ਦੀ। 319 ਤੋਂ ਲੈ ਕੇ 335 ਈਸਵੀ ਇਹਨਾਂ ਦਾ ਟਾਈਮ ਪੀਰੀਅਡ ਸੀ। ਮਹਾਧਿਰਾਜ ਦਾ ਮਤਲਬ ਸੀ ਸੁਤੰਤਰ ਰਾਜਾ, ਭਾਵ ਕਿ ਕਿਸੇ ਦੇ ਕੰਟਰੋਲ ਅਧੀਨ ਨਹੀਂ ਹੈਗਾ, ਅਤੇ ਇਸ ਨੂੰ ਅਸਲੀ ਸੰਸਥਾਪਕ ਮੰਨਿਆ ਜਾਂਦਾ। ਇੱਕ ਗੱਲ ਹੋਰ ਨੋਟ ਕਰ ਲਓ ਜੀ, ਗੁਪਤ ਸੰਮਤ ਕੈਲੰਡਰ ਸੀਗਾ ਜਿਹੜਾ, ਉਹ ਚੰਦਰਗੁਪਤ ਪਹਿਲਾਂ ਦੇ ਸਮੇਂ ਸਟਾਰਟ ਕੀਤਾ ਗਿਆ 319 ਦੇ ਵਿੱਚ। ਅਤੇ ਇਸ ਨੇ ਵਿਆਹ ਕਰਵਾਇਆ ਲਿਸ਼ਵੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਦੇ ਨਾਲ। ਸੋਨੇ ਦੇ ਸਿੱਕੇ ਚਲਾਏ ਇਹਨਾਂ ਨੇ, ਜਿਨ੍ਹਾਂ ਨੂੰ ਦਿਨਾਰ ਕਿਹਾ ਜਾਂਦਾ ਸੀ। ਸਿੱਕੇ ਦੇ ਇੱਕ ਪਾਸੇ ਚੰਦਰਗੁਪਤ ਤੋਂ ਪਹਿਲੇ ਨੇ ਆਪਣੀ ਜਿਹੜੀ ਪਤਨੀ ਸੀ ਉਹਦੀ ਤਸਵੀਰ ਬਣਾਈ, ਦੂਸਰੇ ਪਾਸੇ ਲక్ష్ਮੀ ਦੇਵੀ ਦੀ ਤਸਵੀਰ ਬਣਾਈ। ਨੈਕਸਟ ਸ਼ਾਸਕ ਕਰਦੇ ਹਾਂ ਜੀ ਗੁਪਤ ਕਾਲ ਦਾ, ਉਹ ਹੈ ਜੀ ਸਮੁੰਦਰ ਗੁਪਤ। ਅੱਜ ਦਾ ਲੈਕਚਰ ਥੋੜ੍ਹਾ ਲੈਂਥੀ ਚਲਾ ਜਾਏਗਾ, ਸੋ ਧਿਆਨ ਨਾਲ ਕਰਨਾ ਜੀ। ਸਮੁੰਦਰ ਗੁਪਤ ਹੈ ਜੋ ਮਹਾਨ ਜੇਤੂ ਕਿਹਾ ਜਾਂਦਾ ਇਹਨਾਂ ਨੂੰ, ਨਪੋਲੀਅਨ ਦੇ ਨਾਮ ਨਾਲ ਜਾਣਿਆ ਜਾਂਦਾ, ਕਵੀਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਜਿਨ੍ਹਾਂ ਨੂੰ। 335 ਤੋਂ ਲੈ ਕੇ 375 ਈਸਵੀ ਤੱਕ ਦਾ ਇਹਨਾਂ ਦਾ ਟਾਈਮ ਪੀਰੀਅਡ ਆ। ਭਾਰਤ ਦਾ ਨਪੋਲੀਅਨ ਇਹਨਾਂ ਨੂੰ ਕਿਹਾ ਸੀ V.A. ਸਮਿਥ ਨੇ। ਜਾਣਕਾਰੀ ਕਿੱਥੋਂ ਮਿਲਦੀ ਇਹਨਾਂ ਬਾਰੇ? ਇਲਾਹਾਬਾਦ ਸਿਲਾ ਲੇਖ ਪ੍ਰਜਾਗ ਪ੍ਰਸ਼ਤੀ ਕਹਿੰਦੇ, ਜਿਹਨੂੰ ਆਪਾਂ ਹਰੀ ਸੇਨ ਨੇ ਲਿਖਵਾਇਆ ਸੀ। ਇਸ ਨੂੰ ਦੱਖਣ ਨੂੰ ਜਿੱਤਣ ਵਾਲਾ ਪਹਿਲਾ ਰਾਜਾ ਸੀ ਇਹ ਭਾਰਤ ਦਾ, ਸਮੁੰਦਰ ਗੁਪਤ। ਵੀਰ ਸੇਨ ਨੇ ਦੱਖਣ ਨੂੰ ਇਹਨਾਂ ਨੇ ਜੋ ਦੱਖਣ ਜਿੱਤਿਆ ਉਸ ਦੇ ਉੱਪਰ ਕਬਜ਼ਾ ਕਰ ਲਿਆ, ਬਟ ਉਹਨੂੰ ਛੱਡ ਦਿੱਤਾ। ਠੀਕ ਹੈ, ਉਹਨਾਂ ਤੋਂ ਟੈਕਸ ਦੇ ਰੂਪ ਵਿੱਚ ਆਮਦਨ ਲੈ ਲੈਂਦੀ ਸੀ, ਆਪ ਦਾ ਅਧਿਕਾਰ ਉਹਦੇ ਉੱਤੇ ਨਹੀਂ ਰੱਖਿਆ, ਬਟ ਉੱਥੇ ਉਹਦੀ ਸਾਂਭ ਸੰਭਾਲ ਲਈ ਕਿਹਨੂੰ ਸੱਦਿਆ ਸੀ? ਵੀਰ ਸੈਨ ਨੂੰ। ਵੀਰ ਸੈਨ ਸੀ ਇਹਨਾਂ ਦਾ ਮਿਲਟਰੀ ਕਮਾਂਡਰ। ਇਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਮਨਿਸਟਰ ਸੀ ਉਹ ਸੀ ਵਾਸੂਵਦ। ਕਵੀਰਾਜ ਕਹਿੰਦੇ ਸੀ ਇਹਨਾਂ ਨੂੰ, ਕਿਉਂ ਕਹਿੰਦੇ ਸੀ? ਕਿਉਂਕਿ ਕਵਿਤਾਵਾਂ ਦਾ ਇਹਨਾਂ ਨੂੰ ਲਿਖਣ ਦਾ ਸ਼ੌਂਕ ਸੀ, ਸੰਗੀਤ ਪ੍ਰੇਮੀ ਸੀਗੇ, ਤਾਂ ਕਰਕੇ ਕਵੀਰਾਜ ਕਹਿ ਦਿੰਦੇ ਸੀ ਇਹਨਾਂ ਨੂੰ। ਸਿੱਕਿਆਂ 'ਤੇ ਬੀਨਾ ਵਜਾਉਂਦੇ ਹੋਏ ਦਿਖਾਏ ਗਏ ਆ ਸਮੁੰਦਰ ਗੁਪਤ। ਤਾਂ ਕਈ ਬਹੁਤ ਟਾਈਮ ਜਿਹੜਾ ਇਹ ਕੁਐਸਚਨ ਆ ਚੁੱਕਿਆ ਪੇਪਰਾਂ ਦੇ ਵਿੱਚ ਵੀ, ਸਿੱਕਿਆਂ ਦੇ ਉੱਤੇ ਬੀਨਾ ਵਜਾਉਂਦੇ ਹੋਏ ਕਿਹੜੇ ਗੁਪਤ ਸ਼ਾਸਕ ਨੂੰ ਦਿਖਾਇਆ ਗਿਆ? ਉਹ ਹੈ ਜੀ ਸਮੁੰਦਰ ਗੁਪਤ। ਅਤੇ ਧਿਆਨ ਨਾਲ ਕਰਨਾ, ਕੋਈ ਵੀ ਕੁਐਸਚਨ ਨਹੀਂ ਛੱਡਣਾ ਤੁਸੀਂ। ਪੱਲਵ ਵੰਸ਼ ਨੂੰ ਕੰਟਰੋਲ ਕਰਕੇ ਇਸਨੇ ਦੱਖਣ 'ਤੇ ਕਬਜ਼ਾ ਕੀਤਾ। 12 ਰਾਜ ਦੱਖਣ 'ਤੇ ਜਿੱਤ ਕੇ ਇਹਨਾਂ ਨੇ ਵਾਪਸ ਕਰ ਦਿੱਤੇ ਸੀਗੇ। ਅਤੇ ਉੱਥੋਂ ਕੀ ਕਰਦੇ ਸੀ? ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਵੀ ਸਾਲਾਨਾ ਭੇਟਾ ਲੈਂਦੇ ਸੀ ਟੈਕਸ ਦੇ ਰੂਪ ਵਿੱਚ। ਇਸ ਤੋਂ ਇਲਾਵਾ ਇਹਨਾਂ ਨੇ ਜਾਵਾ, ਸੁਮਾਤਰਾ ਅਤੇ ਮਲਾਇਆ ਆਈਲੈਂਡਾਂ ਜਿਹੜੀਆਂ ਉਹਨਾਂ 'ਤੇ ਵੀ ਕਬਜ਼ਾ ਕਰ ਲਿਆ ਸੀ। ਧਰਮ ਪ੍ਰਚਾਰ ਬੰਪੂ ਕਿਹਾ ਜਾਂਦਾ ਇਹਨਾਂ ਨੂੰ, ਇਲਾਹਾਬਾਦ ਪਿੱਲਰ ਦੇ ਵਿੱਚ ਲਿਖਿਆ ਹੋਇਆ, ਧਰਮ ਪ੍ਰਚਾਰ ਬੰਧੂ ਲਿਖਿਆ ਹੋਇਆ, ਜੋ ਕਿ ਇਲਾਹਾਬਾਦ ਪਿੱਲਰ ਵਿੱਚ ਲਿਖਿਆ ਹੋਇਆ ਮਿਲਦਾ ਜੀ। ਇੱਥੇ ਤੱਦ ਹੈ। ਇਲਾਹਾਬਾਦ ਸਤੰਭ ਲੇਖ ਸਮੁੰਦਰ ਗੁਪਤ ਦੇ ਰਾਜ ਕਵੀ ਨੇ ਬਣਾਇਆ ਸੀਗਾ, ਜੋ ਇਲਾਹਾਬਾਦ ਸਤੰਭ ਲੇਖ ਆ। ਉੱਤਰੀ ਭਾਰਤ ਦੇ ਰਾਜਿਆਂ ਨੂੰ ਹਰਾਇਆ, ਕਿੰਨਿਆਂ ਨੂੰ ਜੀ? 9 ਨੂੰ, ਜਿਨ੍ਹਾਂ ਨੂੰ ਆਰੀਆਵਰਤ ਦੇ ਨਾਂ ਨਾਲ ਜਾਣਿਆ ਜਾਂਦਾ। 12 ਦੱਖਣੀ ਭਾਰਤ ਦਿਆਂ ਨੂੰ ਹਰਾਇਆ ਜਿਨ੍ਹਾਂ ਨੇ। ਇਸ ਤੋਂ ਇਲਾਵਾ ਸਮੁੰਦਰ ਗੁਪਤ ਨੇ ਜੀ ਆਤਵਿਕ ਜਾਤੀ ਸੀਗੀ ਇੱਕ, ਜੋ ਕਿ ਇੱਕ ਜੰਗਲੀ ਜਾਤੀ ਸੀ, ਜਿਸ ਨੂੰ ਹਰਾਇਆ। ਅਸ਼ੋਕ ਦਾ ਉਹ ਇੱਕ ਸਿਰਦਰਦ ਬਣ ਚੁੱਕੀ ਸੀ, ਠੀਕ ਹੈ, ਕਿਉਂਕਿ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਸੀ ਇਹ ਜਾਤੀ, ਜੰਗਲੀ ਜਾਤੀ ਸੀ ਜਿਹੜੀ। ਇਸ ਤੋਂ ਇਲਾਵਾ 9 ਗਣਤੰਤਰ ਰਾਜਾਂ ਨੂੰ ਹਰਾਇਆ ਇਹਨਾਂ ਨੇ। ਕਾਂਚੀ ਦੇ ਰਾਜੇ ਵਿਸ਼ਨੂੰ ਗੋਪ ਨੂੰ ਵੀ ਇਹਨਾਂ ਨੇ ਹਰਾ ਦਿੱਤਾ ਸੀ। ਇਹਨਾਂ ਨੇ ਜਿਹੜੀ ਨੀਤੀ ਪੋਲਿਸੀ ਅਪਣਾਈ ਸੀਗੀ ਜਿੱਤਣ ਦੀ, ਉਹ ਬਣਾਈ ਸੀ ਗ੍ਰਹਿਣ, ਮੋਕਸ਼ ਅਤੇ ਅਨੁਗ੍ਰਹਿ। ਗ੍ਰਹਿਣ ਦਾ ਮਤਲਬ ਹੁੰਦਾ ਅਧਿਕਾਰ ਕਰ ਲਓ, ਅਤੇ ਮੋਕਸ਼ ਦਾ ਮੁਕਤ ਕਰ ਦਿਓ। ਅਨੁਗ੍ਰਹਿ ਦਾ ਮਤਲਬ ਹੁੰਦਾ ਦਇਆ ਕਰਕੇ ਵਾਪਸ ਕਰ ਦਿਓ। ਤਾਂ ਇਹਨਾਂ ਨੇ ਦੱਖਣੀ ਰਾਜਾਂ ਨੂੰ ਜਿੱਤਣ ਦੀ ਜਿਹੜਾ ਸਿਧਾਂਤ ਅਪਣਾਇਆ ਸੀ, ਉਹ ਅਪਣਾਇਆ ਸੀ ਅਨੁਗ੍ਰਹਿ ਸਿਧਾਂਤ। ਇਸ ਤੋਂ ਇਲਾਵਾ 5 ਸਮਾਂਤ ਰਾਜਾਂ ਦੀ ਅਧੀਨਤਾ ਮੰਨ ਲਈ।
ਇਹਨਾਂ ਦੀ ਜਿਹੜੇ ਸੀਮਾਂਤ ਫਰੰਟੀਅਰ ਏਰੀਆਜ਼ ਸੀ ਜਿਹੜੇ ਹੈ ਨਾ, ਉਹਨਾਂ ਨੇ ਇਹਨਾਂ ਦੀ ਅਧੀਨਤਾ ਮੰਨ ਲਈ ਸੀਗੀ 5 ਸੀਮਾਂਤ ਰਾਜਾਂ ਨੇ, ਅਤੇ ਉਹਨਾਂ ਤੋਂ ਟੈਕਸ ਦੇ ਰੂਪ ਵਿੱਚ ਜਿਹੜੀ ਭੇਟਾ ਲੈਂਦੇ ਸੀ। ਵਿਦੇਸ਼ੀ ਰਾਜ ਸ੍ਰੀਲੰਕਾ ਅਤੇ ਇਸ ਤੋਂ ਬਿਨਾਂ ਇਹਨਾਂ ਨੇ ਹਿੰਦੂ ਕਲੋਨੀਆਂ ਨੂੰ ਵੀ ਆਪਣੇ ਅਧਿਕਾਰ ਵਿੱਚ ਕਰ ਲਿਆ ਸੀ। ਹਰੀ ਸੇਨ ਨੇ ਕਿਹਾ ਸੀ, ਜੋ ਹਰੀ ਸੇਨ ਸੀ ਉਹਨਾਂ ਨੇ ਇਸ ਨੂੰ ਹੀਰੋ ਆਫ 100 ਬੈਟਲਸ ਦਾ ਨਾਮ ਦਿੱਤਾ ਜਾਂ ਟੈਗ ਦਿੱਤਾ, ਹੀਰੋ ਆਫ 100 ਬੈਟਲਸ ਕਿਹਾ ਸੀ ਹਰੀ ਸੇਨ ਨੇ ਇਹਨਾਂ ਨੂੰ। ਕਿਹਾ ਜਾਂਦਾ ਕਿ ਰਾਮ ਗੁਪਤਾ ਜਿਹੜਾ ਸਮੁੰਦਰ ਗੁਪਤ ਦਾ ਬੇਟਾ ਸੀ। ਵਿਸਾਖਾ ਦੱਤ ਦੇ ਨਾਟਕ ਦੇਵੀ ਚੰਦਰ ਗੁਪਤਮ ਦੇ ਵਿੱਚ ਜਿਹੜੀ ਸਾਨੂੰ ਜਾਣਕਾਰੀ ਮਿਲਦੀ ਆ ਕਿ ਇੱਕ ਅਜੋਗ, ਡਰਪੋਕ ਅਤੇ ਮਾੜਾ ਰਾਜਾ ਸੀਗਾ ਇਹਨਾਂ ਦਾ ਬੇਟਾ ਰਾਮ ਗੁਪਤ। ਇਹਨਾਂ ਦੀ ਜਿਹੜੀ ਪਤਨੀ ਸੀਗੀ ਧਰੁਵ ਦੇਵੀ, ਉਹਨੂੰ ਸ਼ੱਕ ਰਾਜਾ ਜਿਹੜੇ ਚੱਕ ਕੇ ਲੈ ਗਿਆ ਸੀ, ਅਤੇ ਜੋ ਰਾਮ ਗੁਪਤ ਸੀ ਇਹਨੇ ਕਾਪਰ ਦੇ ਸਿੱਕੇ ਚਲਾਏ ਸੀਗੇ ਜੀ। ਨੈਕਸਟ ਆਪਾਂ ਕਰਦੇ ਹਾਂ ਚੀਨੀ ਸਰੋਤ। ਸ੍ਰੀਲੰਕਾ ਦੇ ਰਾਜੇ ਮੇਘਾਵਰਮਨ ਅਤੇ ਸਮੁੰਦਰ ਗੁਪਤ ਕਿਹਾ ਜਾਂਦਾ ਇੱਕ ਚੀਨੀ ਸਰੋਤ ਆ ਕਿ ਜਿਹੜਾ ਸ਼੍ਰੀਲੰਕਾ ਦਾ ਰਾਜਾ ਸੀ ਮੇਘਾਵਰਮਨ, ਉਹਨੇ ਸਮੁੰਦਰ ਗੁਪਤ ਤੋਂ ਆਗਿਆ ਲਈ ਸੀ ਗਿਆ ਦੇ ਵਿੱਚ ਬੋਧੀ ਮੰਦਰ ਬਣਾਉਣ ਦੀ, ਅਤੇ ਜੋ ਸਮੁੰਦਰ ਗੁਪਤ ਸੀ ਉਹਨੇ ਇਹਨਾਂ ਨੂੰ ਪਰਮਿਸ਼ਨ ਦੇਤੀ ਸੀ। ਹੁਣ ਆਪਾਂ ਨੈਕਸਟ ਕਰ ਰਹੇ ਹਾਂ ਜੀ ਚੰਦਰਗੁਪਤ ਦੂਜਾ, ਜੋ ਕਿ ਆਪਣੀ ਫਿਰ ਸਿਲੇਬਸ ਦੇ ਵਿੱਚ ਹੈ ਜੀ, ਧਿਆਨ ਨਾਲ ਕਰਨਾ ਇਸ ਨੂੰ ਵੀ। ਚੰਦਰਗੁਪਤ ਦੂਜਾ 375 ਤੋਂ 415 ਤੱਕ ਦਾ ਇਹਦਾ ਟਾਈਮ ਪੀਰੀਅਡ ਮੰਨਿਆ ਜਾਂਦਾ। ਉਜੈਨ ਦਾ ਇੱਕ ਬਹੁਤ ਹੀ ਫੇਮਸ ਜਾਂ ਆਪਣੇ ਮਸ਼ਹੂਰ ਰਾਜਾ ਸੀ। ਗੁਪਤ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀ ਇਹ। ਹਿੰਦੂ ਸੀਗਾ ਇਹ। ਡਿਪਲੋਮੈਟਿਕ ਇਹਨੇ ਜਿਹੜੀ ਨੀਤੀ ਅਪਣਾਈ ਸੀ, ਭਾਵ ਕਿ ਵਿਆਹ ਕਰਕੇ ਜਾਂ ਸੰਧੀਆਂ ਰਾਹੀਂ ਰਾਜ ਦਾ ਵਿਸਥਾਰ ਕੀਤਾ। ਨਾਗਵੰਸ਼ ਦੀ ਰਾਣੀ ਸੀ ਕੁਬੇਰ ਨਾਗਾ, ਉਸ ਦੇ ਨਾਲ ਇਹਨੇ ਵਿਆਹ ਕਰਵਾਇਆ ਸੀ। 9 ਰਤਨ ਸੀ ਇਹਦੇ ਦਰਬਾਰ ਦੇ ਵਿੱਚ ਚੰਦਰਗੁਪਤ ਦੂਜੇ ਦੇ। ਕਾਲੀਦਾਸ, ਅਮਰ ਸਿਨਹਾ, ਧਨਵੰਤਰੀ, ਬ੍ਰਹਮਹੀਰ, ਬਰੂਦੀ, ਘਤਕਰਨ, ਕਸ਼ਪਰਾਂਕ, ਵਾਲਪਟ, ਸ਼ੰਕੂ। 404 ਏਡੀ ਤੋਂ 411 ਏਡੀ ਪਾਏ ਜਾਣ ਇਸ ਦੇ ਸਮੇਂ ਹੀ ਭਾਰਤ ਆਇਆ ਸੀ ਜੀ ਚੰਦਰਗੁਪਤ ਦੂਜੇ। ਦੇਵੀ ਚੰਦਰ ਦੇ ਅਨੁਸਾਰ ਰਾਮਗੁਪਤ ਦੀ ਜਿਹੜੀ ਵਾਈਫ ਸੀਗੀ, ਉਹਦੀ ਪਤਨੀ ਸੀ ਰਾਮਗੁਪਤ ਦੀ, ਜਿਹਨੂੰ ਸ਼ੱਕ ਰਾਜੇ ਲੈ ਗਏ ਸੀਗੇ ਚੱਕ ਕੇ ਧਰੁਵ ਦੇਵੀ ਨੂੰ, ਤਾਂ ਕਹਿੰਦੇ ਇਹ ਉੱਥੋਂ ਵਾਪਸ ਲਿਆਇਆ ਸੀਗਾ ਰਾਜੇ ਨੂੰ ਮਾਰ ਕੇ, ਸ਼ੱਕ ਰਾਜੇ ਨੂੰ ਮਾਰ ਕੇ ਧਰੁਵ ਦੇਵੀ ਨੂੰ ਵਾਪਸ ਲਿਆਇਆ ਅਤੇ ਉਹਦਾ ਨਾਲ ਵਿਆਹ ਕਰਾ ਲਿਆ, ਅਤੇ ਉਹਦਾ ਨਾਂ ਬਦਲ ਕੇ ਧਰਵਸ਼ ਬਾਹਮਣੀ ਦੇਵੀ ਰੱਖ ਦਿੱਤਾ ਜੀ ਦੇਵੀ ਚੰਦਰ ਦੇ ਪ੍ਰਮਾਣ ਅਨੁਸਾਰ। ਇਸ ਤੋਂ ਇਲਾਵਾ ਮਹਿਰੌਲੀ ਲੋਹ ਸਤੰਭ ਆ ਜਿਹੜਾ, ਉਸ ਤੋਂ ਸਾਨੂੰ ਇਹਦੇ ਬਾਰੇ ਜਾਣਕਾਰੀ ਮਿਲਦੀ ਹੈ ਚੰਦਰਗੁਪਤ ਦੂਜੇ ਬਾਰੇ। ਬੰਗਾਲ ਰਾਜਿਆਂ ਦੇ ਗੁੱਟ ਨੂੰ ਹਰਾਇਆ ਸੀ, ਉਹਦੇ ਵਿੱਚ ਇਹ ਵੀ ਦੱਸਿਆ ਗਿਆ, ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਇਸ ਬਾਰੇ। ਅਤੇ ਵੀਰਸੈਨ ਦਰਬਾਰੀ ਕਵੀ ਅਤੇ ਮੰਤਰੀ ਵੀ ਸੀ, ਜਿਹੜਾ ਇਹਨਾਂ ਦਾ ਵੀਰਸੈਨ ਜਿਹਦਾ ਦਰਬਾਰੀ ਕਵੀ ਵੀ ਸੀ ਅਤੇ ਨਾਲ ਦੀ ਨਾਲ ਮੰਤਰੀ ਵੀ ਸੀ। ਸੰਸਾਰ ਦਾ ਜੇਤੂ ਕਿਹਾ ਗਿਆ, ਵੀਰਸੈਨ ਨੇ ਕਿਹਾ ਸੀ ਇਹ ਸੰਸਾਰ ਦਾ ਜੇਤੂ ਆ ਚੰਦਰਗੁਪਤ ਦੂਜਾ। ਮਾਲਵਾ, ਉਜੈਨ ਇਹਦੀਆਂ ਰਾਜਧਾਨੀਆਂ ਰਹੀਆਂ। ਵਪਾਰ ਵਿਕਸਿਤ ਕੀਤਾ ਇਸਨੇ, ਪੱਛਮੀ ਭਾਰਤ ਜਿੱਤਿਆ ਅਤੇ ਪੱਛਮੀ ਭਾਰਤ ਦੇ ਵਿੱਚ ਇਹਨਾਂ ਨੇ ਆਪਦਾ ਵਪਾਰ ਆ ਜਿਹੜਾ ਉਹਦਾ ਵਿਸਤਾਰ ਕੀਤਾ, ਅਤੇ ਚਾਂਦੀ ਦੇ ਸਿੱਕੇ ਚਲਾਏ ਜਿਨ੍ਹਾਂ ਨੇ। ਵਿਕਰਮਾਦਿੱਤ ਦੀ ਉਪਾਧੀ ਧਾਰਨ ਕੀਤੀ ਚੰਦਰਗੁਪਤ ਦੂਜੇ ਨੇ। ਇਸ ਤੋਂ ਬਾਅਦ ਕੁਮਾਰਗੁਪਤ ਦਾ ਆਉਂਦਾ ਜੀ, ਜਿਸ ਦਾ ਪੀਰੀਅਡ ਹੈ 415 ਤੋਂ ਲੈ ਕੇ 55 ਈਸਵੀ। ਸਕੰਦ ਗੁਪਤ, ਫਿਰ ਭਾਨੂ ਗੁਪਤ ਆਉਂਦਾ, ਫਿਰ ਜੀ ਗੁਪਤ ਵੰਸ਼ ਦਾ ਜਿਹੜਾ ਅੰਤ ਆ ਉਹ 550 ਈਸਵੀ ਵਿੱਚ ਹੋ ਜਾਂਦਾ। ਵੈਸੇ ਤਾਂ ਆਪਾਂ ਕਰ ਲਿਆ ਸੀਗਾ ਥੋੜ੍ਹਾ ਜਿਹਾ ਕੁਮਾਰਗੁਪਤ ਪਹਿਲਾ ਬਾਰੇ, ਫਿਰ ਵੀ ਆਪਾਂ ਕਰ ਲੈਂਦੇ ਹੈਗੇ। ਕੁਮਾਰਗੁਪਤ ਪਹਿਲਾ ਸੀਗਾ ਨਲਿੰਦਾ ਯੂਨੀਵਰਸਿਟੀ ਦਾ ਸੰਸਥਾਪਕ ਸੀ ਇਹ ਕੁਐਸਚਨ ਬਹੁਤ ਵਾਰੀ ਆ ਗਿਆ ਜੀ। ਨਲਿੰਦਾ ਯੂਨੀਵਰਸਿਟੀ ਦਾ ਸੰਸਥਾਪਕ ਕੌਣ ਸੀ? ਉਹ ਸੀ ਕੁਮਾਰਗੁਪਤ ਪਹਿਲਾ, ਜਾਂ ਕਈ ਵਾਰ ਪੁੱਛ ਲੈਂਦੇ ਹੈਗੇ ਨਲਿੰਦਾ ਜਿਹੜੀ ਯੂਨੀਵਰਸਿਟੀ ਆ ਉਹਦਾ ਨਿਰਮਾਣ ਕਦੋਂ ਕਰਵਾਇਆ ਗਿਆ? ਉਹ ਗੁਪਤਾਂ ਦੇ ਸਾਮਰਾਜ ਵਿੱਚ ਕਰਵਾਇਆ ਗਿਆ ਸੀ, ਇਹ ਧਿਆਨ ਕਰ ਲਿਓ। ਇਸ ਲਈ ਚਾਹੇ ਸਿਲੇਬਸ ਨਹੀਂ ਤਾਂ ਹੀ ਕਰਵਾਏ ਜਾ ਰਿਹਾ, ਕਿਉਂਕਿ ਇਹਨਾਂ ਵਿੱਚੋਂ ਕੁਐਸਚਨ ਆ ਜਿਹੜੇ ਮੋਲਡ ਕਰਕੇ ਪੁੱਛ ਲਏ ਜਾਂਦੇ ਨੇ। ਕਾਰਤਿਕੀਆ ਜਿਹੜਾ ਭਗਵਾਨ ਆ ਉਹਦੀ ਪੂਜਾ ਕਰਦਾ ਸੀ ਇਹ। ਕੋਈ ਯੁੱਧ ਨਹੀਂ ਕਰਦਾ ਸੀ, ਨਾ ਹੀ ਇਹਨੇ ਕੋਈ ਮੁਹਿੰਮ ਕੀਤੀ। ਗੁਪਤ ਪੀਰੀਅਡ 'ਚ ਸਭ ਤੋਂ ਵੱਧ ਸ਼ਿਲਾਲੇਖ ਅਤੇ ਸਿੱਕੇ ਜਿਹੜੇ ਕੁਮਾਰਗੁਪਤ ਪਹਿਲੇ ਨਹੀਂ ਚਲਾਏ ਸੀ। ਤੁਰਕ ਮੰਗੋਲ ਜਾਤੀ ਹੁਣਾਂ ਦੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ ਇਸ ਦੇ ਟਾਈਮ ਪੀਰੀਅਡ ਦੌਰਾਨ। ਇਸ ਨੇ ਅਸ਼ਵਮੇਧ ਯੱਗ ਕੀਤਾ ਅਤੇ ਸੋਨੇ ਦੇ ਸਿੱਕੇ ਚਲਾਏ ਸੀ। ਮਹਿੰਦਰ ਦਿੱਤਿਆ ਦੀ ਕੁਮਾਰਗੁਪਤ ਪਹਿਲਾਂ ਨੇ ਉਪਾਧੀ ਧਾਰਨ ਕੀਤੀ ਸੀ। ਹੁਣਾਂ ਦੇ ਹਮਲਿਆਂ ਇਸ ਦੀ ਮੌਤ ਹੋ ਜਾਂਦੀ ਹੈ। ਇਸ ਦਾ ਦਰਬਾਰੀ ਕਵੀ ਸੀ ਜੀ ਵਤਸ ਭੱਟ, ਜਿਸ ਨੇ ਮੰਦਸੌਰ ਸ਼ਿਲਾਲੇਖ ਲਿਖਵਾਇਆ ਸੀ, ਅਤੇ ਸੰਸਕ੍ਰਿਤ ਦਾ ਬਹੁਤ ਵੱਡਾ ਵਿਦਵਾਨ ਸੀਗਾ ਵਤਸ ਭੱਟ ਸੀ ਜੋ। ਕੁਮਾਰਗੁਪਤ ਨੂੰ ਚਾਰਾਂ ਸਮੁੰਦਰਾਂ ਦਾ ਜੇਤੂ ਕਿਹਾ ਜਾਂਦਾ, ਠੀਕ ਹੈ। ਇਹ ਸਾਨੂੰ ਜਾਣਕਾਰੀ ਮਿਲਦੀ ਹੈ, ਉਹਨੂੰ 4 ਸਮੁੰਦਰਾਂ ਦਾ ਜੇਤੂ ਕਿਹਾ ਜਾਂਦਾ ਜੀ ਵਿਲਸਦ ਸ਼ਿਲਾਲੇਖ ਤੋਂ।
ਸਕੰਦਗੁਪਤ ਇਹਨਾਂ ਦਾ ਯੋਗ ਅਤੇ ਅੰਤਮ ਸ਼ਾਸਕ ਸੀਗਾ, ਆਪਾਂ ਕਹਿ ਦਈਏ ਜਿਵੇਂ ਵਧੀਆ ਯੋਗ ਜਿਹੜੇ ਵਧੀਆ ਸੀਗੇ ਉਹਨਾਂ ਵਿੱਚੋਂ। ਹੂਣਾਂ ਦੇ ਹਮਲੇ ਵੱਧ ਗਏ ਸੀ ਇਹਦੇ ਸਮੇਂ, ਅਤੇ ਸਕੰਦਗੁਪਤ ਨੇ ਹੂਣਾਂ ਨੂੰ ਹਰਾਇਆ ਅਤੇ ਇਸ ਨੇ ਵਿਕਰਮਾਦਿੱਤ ਦੀ ਉਪਾਧੀ ਧਾਰਨ ਕੀਤੀ। ਸਕੰਦਗੁਪਤ ਨੇ ਭਿੱਤਰੀ ਪਿੱਲਰ ਤੋਂ ਸਾਨੂੰ ਇਹਦੇ ਬਾਰੇ ਜਾਣਕਾਰੀ ਮਿਲਦੀ ਆ, ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਜਿਹੜੀ ਉਹ ਜੂਨਾਗੜ੍ਹ ਸਿਰਾਲੇਖ ਤੋਂ ਮਿਲਦੀ ਹੈ। ਇਸ ਨੇ ਸੁਦਰਸ਼ਨ ਝੀਲ ਸੀਗੀ ਜਿਹੜੀ ਉਸਦੇ ਰਿਪੇਅਰ ਕਰਾਈ ਸੀ, ਉਹਦਾ ਮੁਰੰਮਤ ਦਾ ਕੰਮ ਕਰਾਇਆ ਸੀ, ਅਤੇ ਲਗਾਤਾਰ ਹੂਣਾਂ ਦੇ ਹਮਲਿਆਂ ਕਰਕੇ ਇਹ ਵੀ ਮਾਰਿਆ ਗਿਆ ਸੀ। ਨੈਕਸਟ ਇਸ ਤੋਂ ਬਾਅਦ ਆਉਂਦਾ ਜੀ ਕੁਮਾਰਗੁਪਤ ਜਾਂ ਇਹਨਾਂ ਦਾ ਅੰਦਮ ਰਾਜਾ ਸੀ। ਪਤਨ ਦੇ ਕਾਰਨ ਸੀਗੇ ਹੂਣਾਂ ਦੇ ਹਮਲੇ। ਸੰਮਤ ਬਾਅਦ ਜਿਹੜਾ ਸੀਗਾ ਸੰਗਮ ਵੰਸ਼ ਸ਼ੁਰੂ ਹੋਇਆ ਸੀ, ਅਤੇ ਜਿਹੜੇ ਆਪਾਂ ਗੱਲ ਕਰੀਏ ਅਯੋਗ ਰਾਜੇ ਸੀ ਤਾਂ ਕਰਕੇ ਇਹਨਾਂ ਦਾ ਜਿਹੜਾ ਪਤਨ ਹੋ ਗਿਆ ਸੀ। ਜਿਹੜਾ ਸੰਮਤਵਾਦ ਹੈ ਉਹ ਗੁਪਤ 'ਚ ਸ਼ੁਰੂ ਹੁੰਦਾ ਅਤੇ ਰਾਜਪੂਤਾਂ ਦੇ ਕਾਲ ਦੇ ਵਿੱਚ ਜਾ ਕੇ ਖਤਮ ਹੋ ਜਾਂਦਾ। ਅਤੇ ਏਕਤਾ ਪ੍ਰਥਾ ਸੀ ਜਿਹੜੀ ਇਲਤੁਤਮਿਸ਼ ਦੇ ਸਮਾਂ ਸੀ। ਵਜ਼ਾਹਦਾਰੀ ਬਾਬਰ ਸਮੇਂ ਸੀ। ਮਨਸਬਦਾਰੀ ਅਕਬਰ ਸਮੇਂ ਸੀ। ਜਗੀਰਦਾਰੀ ਅਕਬਰ ਅਤੇ ਜਹਾਂਗੀਰ ਸਮੇਂ ਸੀ। ਵੈਸੇ ਐਡ ਕੀਤੀਆਂ ਹੋਈਆਂ, ਚੈੱਕ ਕਰ ਲੈਣਾ ਇੱਕ ਵਾਰ, ਨੋਟ ਕਰ ਲਿਓ। ਹੁਣ ਸੀਗੇ ਜਿਹੜੇ ਉਹ ਮੱਧ ਏਸ਼ੀਆ ਤੋਂ ਆਉਣ ਵਾਲੀ ਜਿਹੜੀ ਤੁਰਕ ਮੰਗੋਲ ਜਾਤੀ ਸੀਗੀ। ਪਹਿਲਾ ਸ਼ਾਸਕ ਸੀ ਇਹਨਾਂ ਦਾ ਤਗੀਨ, ਪਰ ਭਾਰਤ 'ਤੇ ਜਿਹੜਾ ਪਹਿਲਾ ਹਮਲਾ ਕਰਨ ਵਾਲਾ ਸੀ, ਪਹਿਲਾ ਸ਼ਾਸਕ ਭਾਰਤ ਆਇਆ ਸੀ ਇਹਨਾਂ ਦਾ ਸੀ, ਉਹ ਸੀ ਤੋਰਾਮਨ। ਇਹ ਯਾਦ ਰੱਖਣਾ, ਤਗੀਨ ਤਾਂ ਪਹਿਲਾ ਸ਼ਾਸਕ ਸੀ ਉਹਨਾਂ ਦਾ, ਪਰ ਜੋ ਭਾਰਤ ਆਇਆ ਸੀ ਪਹਿਲਾ ਸ਼ਾਸਕ ਸੀਗਾ ਇਹਨਾਂ ਦਾ ਭਾਰਤ ਵਿੱਚ ਆਉਣ ਵਾਲਾ, ਉਹ ਸੀ ਤੋਰਾਮਨ। ਇਸ ਗੱਲ ਦੀ ਜਾਣਕਾਰੀ ਸਾਨੂੰ ਮਿਲਦੀ ਹੈ ਜਿਹੜਾ ਸੰਗਪੁਨ ਚੀਨੀ ਯਾਤਰੀ ਆਇਆ ਸੀ ਉਸਨੇ ਦਿੱਤੀ ਹੈ ਜੀ। ਕੁਝ ਹੋਰ ਮਹੱਤਵਪੂਰਨ ਗੱਲਾਂ ਜਿਹੜੀਆਂ ਆਪਾਂ ਗੁਪਤ ਸਾਮਰਾਜ ਦੇ ਬਾਰੇ ਜਾਣਨੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਆਪਾਂ ਇਹਨਾਂ ਦੇ ਸ਼ਾਸਕਾਂ ਬਾਰੇ ਇਨਫੋਰਮੇਸ਼ਨ ਆ ਜਿਹੜੀ ਲੈ ਚੁੱਕੇ ਹਾਂ, ਅਤੇ ਬਾਕੀ ਜੋ ਇਹਦੀ ਜਨਰਲ ਨੌਲੇਜ ਆ, ਮੋਟੀ ਗੱਲਬਾਤ ਆ ਜੋ ਇਹਨਾਂ ਦੇ ਰਾਜਨੀਤਿਕ, ਆਰਥਿਕ, ਸਮਾਜਿਕ ਜੀਵਨ ਬਾਰੇ, ਉਹ ਆਪਾਂ ਹੁਣ ਵਿਚਾਰ ਚਰਚਾ ਕਰਦੇ ਹਾਂ। ਗੁਪਤ ਰਾਜ ਦੀ ਜਿਹੜੀ ਰਾਜਧਾਨੀ ਸੀ ਉਹ ਸੀ ਪਾਟਲੀਪੁੱਤ। ਪ੍ਰਾਂਤ ਨੂੰ ਭੁਗਤੀ ਕਿਹਾ ਜਾਂਦਾ ਸੀ। ਜ਼ਿਲ੍ਹੇ ਨੂੰ ਵਿਸ਼ਜ ਜਾਂ ਵਿਸ਼ਯ, ਪਿੰਡ ਨੂੰ ਗ੍ਰਾਮ ਕਿਹਾ ਜਾਂਦਾ ਸੀ। ਰਾਜੇ ਦਾ ਅਹੁਦਾ ਸਭ ਤੋਂ ਉੱਚਾ ਹੁੰਦਾ ਸੀ। ਵਰਨ ਵਿਵਸਥਾ ਜਿਹੜੀ ਵੱਧ ਗਈ ਸੀ। ਜਾਤੀਆਂ ਅਤੇ ਉਪਜਾਤੀਆਂ ਬਣ ਗਈਆਂ ਸੀਗੀਆਂ। ਨਵੀਆਂ ਜਾਤੀਆਂ ਦਾ ਜਨਮ ਹੁੰਦਾ ਸੀ, ਜਾਂ ਤਾਂ ਕੋਈ ਹੋਰ ਕੰਮ ਗ੍ਰਹਿਣ ਕਰ ਲੈਣ ਦੇ ਨਾਲ, ਜਾਂ ਫਿਰ ਅੰਤਰਜਾਤੀ ਵਿਆਹ ਹੋ ਜਾਣ ਦੇ ਕਾਰਨ ਨਵੀਆਂ ਜਾਤੀਆਂ ਦਾ ਜਨਮ ਹੋ ਜਾਂਦਾ ਸੀ। ਜਾਤੀ ਪ੍ਰਥਾ ਸੀ ਇਸ ਸਮੇਂ ਬਹੁਤ ਕਠੋਰ ਹੋ ਚੁੱਕੀ ਸੀ। ਅਛੂਤ ਨੂੰ ਬਹੁਤ ਜ਼ਿਆਦਾ ਉਹਦੀ ਆਪਾਂ ਕਹੀਏ ਹਾਲਤ ਸੀਗੀ ਜਿਹੜੀ ਖਰਾਬ ਹੋ ਚੁੱਕੀ ਸੀਗੀ, ਅਤੇ ਇਸਤਰੀਆਂ ਦੀ ਸਥਿਤੀ 'ਚ ਵੀ ਗਿਰਾਵਟ ਆ ਗਈ ਸੀ। ਕਿਉਂ ਆਪਾਂ ਨੂੰ ਪਤਾ ਲੱਗਦਾ, ਕਿਉਂਕਿ ਭਾਨੂ ਗੁਪਤ ਸਮੇਂ ਜਿਹੜਾ ਸਤੀ ਪ੍ਰਥਾ ਦੇ ਪ੍ਰਮਾਣ ਆ ਸਾਨੂੰ ਮਿਲਦੇ ਨੇ। ਅਪਰਾਧ ਪਰ ਫਿਰ ਵੀ ਘੱਟ ਸੀ, ਚਾਹੇ ਇਸਤਰੀਆਂ ਦੀ ਹਾਲਤ ਖਰਾਬ ਹੋ ਚੁੱਕੀ ਸੀ ਜਾਂ ਜਾਤੀ ਪ੍ਰਥਾ ਸੀ, ਫਿਰ ਵੀ ਬਹੁਤ ਘੱਟ ਅਪਰਾਧ ਹੁੰਦੇ ਸੀ। ਕਿੱਤਾ ਸੀ ਇਹਨਾਂ ਦਾ ਖੇਤੀਬਾੜੀ ਮੁੱਖ, ਕਰ ਲੈਂਦੇ ਸੀ ਇਹ ਉਪਜ ਦੇ ਰੂਪ ਵਿੱਚ 1/4 ਤੋਂ 1/6 ਹਿੱਸਾ। ਵਪਾਰਕ ਕੇਂਦਰ ਸੀ ਇਹਨਾਂ ਦੇ ਉਜੈਨ, ਅਤੇ ਬੰਦਰਗਾਹ ਸੀ ਇਹਨਾਂ ਦੀ ਪ੍ਰਮੁੱਖ ਬੰਦਰਗਾਹ ਸੀ। ਤਾਮਰ ਲਿਪੀ ਜਾਂ ਤਾਮ ਲਿਪੀ ਕਹਿੰਦੇ ਸੀ ਜਿਹਨੂੰ। ਸੋਨੇ ਦੇ ਸਿੱਕੇ ਨੂੰ ਕਿਹਾ ਜਾਂਦਾ ਸੀ ਦਿਨਾਰ, ਚਾਂਦੀ ਦੇ ਨੂੰ ਰੁਪਈਕਾ। ਵੈਸ਼ਨਵ ਧਰਮ, ਬੁੱਧ ਧਰਮ ਦਾ ਵਿਕਾਸ ਹੋਇਆ। ਜਿਹੜਾ ਜੈਨ ਸੀਗਾ ਧਰਮ, ਉਹ ਸੀਮਤ ਤੌਰ 'ਤੇ ਉਹਦਾ ਵਿਸਥਾਰ ਹੋਇਆ। ਵਸਤੂ ਕਲਾ, ਚਿੱਤਰਕਲਾ ਅਤੇ ਮੂਰਤੀ ਕਲਾ ਦਾ ਵੀ ਵਿਕਾਸ ਹੋਇਆ ਇਸ ਸਮੇਂ। ਨਾਗਰ ਸ਼ੈਲੀ ਸੀ ਜੋ ਉਸਦਾ ਜ਼ਿਆਦਾ ਵਿਕਾਸ ਹੋਇਆ। ਰਾਜ ਦੀ ਭਾਸ਼ਾ ਸੀ ਜਿਹੜੀ ਉਹ ਸੀ ਸੰਸਕ੍ਰਿਤ, ਅਤੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੀ ਜਿਹੜੇ ਇਹਨਾਂ ਦੇ ਗ੍ਰੰਥ ਵਗੈਰਾ ਲਿਖੇ ਗਏ ਨੇ। ਕਾਲੀਦਾਸ ਦੀਆਂ ਪੁਸਤਕਾਂ, ਜੋ ਇਹਨਾਂ ਦੇ 9 ਰਤਨਾਂ ਵਿੱਚੋਂ ਇੱਕ ਸੀਗਾ ਚੰਦਰਗੁਪਤ ਦੂਜੇ ਦੇ, ਉਹਨਾਂ ਦੀਆਂ ਪੁਸਤਕਾਂ ਨੇ ਜੀ ਸ਼ਕੁੰਤਲਾ, ਕਾਵ, ਮੇਘਦੂਤ ਅਤੇ ਰਘੂਵੰਸ਼ਮ। ਪੰਚਤੰਤਰ ਜਿਹੜੀ ਪੁਸਤਕ ਆ, ਕਹਾਣੀਆਂ ਗੇ ਜਿਹਦੇ ਵਿੱਚ ਹੈ ਨਾ ਮੋਰਲ ਵੈਲਿਊਜ਼ ਦੇ ਬਾਰੇ ਦੱਸਦੀਆਂ, ਉਸ ਦੀ ਰਚਨਾ ਵੀ ਗੁਪਤਾਂ ਦੇ ਸਮੇਂ ਹੋਈ, ਗੁਪਤ ਕਾਲ ਸਮੇਂ, ਜਿਸ ਦੀ ਰਚਨਾ ਕੀਤੀ ਵਿਸ਼ਨੂੰ ਸ਼ਰਮਾ ਨੇ ਪੰਚਤੰਤਰ ਦੀ। ਅਮਰਕੋਸ਼ ਡਿਕਸ਼ਨਰੀ ਅਮਰ ਸਿੰਘ ਨੇ ਲਿਖੀ ਜੀ, ਜੋ ਗੁਪਤ ਸਾਮਰਾਜ ਦੇ ਬਾਰੇ ਹੈ। ਨੈਕਸਟ ਹੈ ਜੀ ਪ੍ਰਸਿੱਧ ਵਿਗਿਆਨੀ ਹੋਏ ਨੇ ਇਸ ਸਮੇਂ ਦੇ ਵਿੱਚ, ਜਿਵੇਂ ਕਿ ਆਰੀਆ ਭੱਟ ਅਤੇ ਵਾਰਮੇਹਰ। ਆਰੀਆ ਭੱਟ ਸੀਗੇ ਜਿਹੜੇ, ਉਹਨਾਂ ਨੇ ਸੂਰਜ ਸਿਧਾਂਤ ਦਿੱਤਾ, ਜਿਹਦੇ ਵਿੱਚ ਦੱਸਿਆ ਕਿ ਜਿਹੜੀ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਅਤੇ ਬ੍ਰਹਿਮੰਡ ਦੀ ਜਾਣਕਾਰੀ ਦਿੱਤੀ। ਜਿਹੜੇ ਵਾਰਮੇਹਰ ਸੀ ਇਹਨਾਂ ਨੇ ਦਿੱਤੀ ਸੀ ਚੰਨ ਅਤੇ ਪ੍ਰਿਥਵੀ ਦੇ ਚਾਰੇ ਪਾਸੇ ਚੱਕਰ ਲਗਾਉਂਦਾ ਹੈ, ਇਸ ਬਾਰੇ ਦੱਸਿਆ ਸੀ। ਬ੍ਰਹਮ ਸਿਧਾਂਤ ਦੀ ਜਿਹੜੀ ਰਚਨਾ ਕਰੀ ਸੀ ਬ੍ਰਹਮਗੁਪਤ ਨੇ। ਇਸ ਨੂੰ ਭਾਰਤ ਦਾ ਨਿਊਟਨ ਕਿਹਾ ਜਾਂਦਾ, ਬ੍ਰਹਮਗੁਪਤ ਨੇ, ਜੋ ਕਿ ਕਦੋਂ ਹੋਇਆ? ਗੁਪਤ ਕਾਲ ਦੇ ਦੌਰਾਨ ਹੋਇਆ ਜੀ। ਆਸ ਹੈ ਕਿ ਗੁਪਤ ਕਾਲ ਨਾਲ ਸੰਬੰਧਿਤ ਤੁਹਾਡੇ ਸਾਰੇ ਕੁਐਸਚਨ ਹੈ ਜਿਹੜੇ ਕਲੀਅਰ ਹੋ ਗਏ ਹੋਣਗੇ। ਅਗਰ ਕੋਈ ਵੀ ਕਨਫਿਊਜ਼ਨ ਜਾਂ ਫਿਰ ਕੋਈ ਵੀ ਕੁਐਸਚਨ ਕਰਵਾਉਣ ਵਾਲਾ ਰਹਿ ਗਿਆ ਹੋਵੇ ਤਾਂ ਉਹ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ।
ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ। ਤਦ ਤੱਕ ਲਈ ਧੰਨਵਾਦ।